सत श्री अकाल प्यारे बच्चों, मैं नीता भाटिया सरकारी कन्या सीनियर सैकेंडरी स्कूल कैंप बटाला जिला गुरदासपुर तो बच्चों अज मैं तुहाडे लई लैके जो हाजिर हुई हाँ वो है तुहाडी वनगी दी पाठ पुस्तक विच दर्ज इकांगी समुद्रों पार। समुद्रों पार इकांगी पढ़न तो पहले साडे लई ये जान लेना बहुत जरूरी है कि इकांगी है की। प्यारे बच्चों, इकांगी नाटक का ही एक रूप है, पर इसकी पेशकारी जो है वो नाटक तो वखरी हुंदी है। नाटकां दे विच ज्यादा पात्र हुंदे हन, ज्यादा घटनावां हुंदियां हन, लंबे हुंदे हन, पर इकांगी जिवें कि इसके नाम तो ही स्पष्ट है, इक्को अंग वाला। इस विच किसी एक घटना या किसी एक समस्या नूं विशा बनाया गया हुंदा है। इसनूं अद्धे पौने घंटे विच ही खेडिया जा सकता है ते इसनूं पेश करन लई कोई खास उचेच या प्रबंध करन दी भी लोड़ नहीं पैंदी। प्यारे बच्चों, इकांगी हास रस वाले, करुणा रस वाले, सूरबीरता के भाव वाले भी हो सकते हैं। ते जिस इकांगी बारे असी अज चर्चा करन जा रहे हाँ, समुद्रों पार, इह इकांगी विच भी इकांगीकार कपूर सिंह घुम्मन ने एक मनोविग्यानिक ते यथार्थिक तस्वीर साडे सामने पेश कीती है। इस बारे असी बाद विच गल करांगे ते इस तो पहला असी इकांगीकार कपूर सिंह घुम्मन बारे भी जानकारी प्राप्त कर ली। बच्चों, कपूर सिंह घुम्मन जी का जन्म 2 फरवरी 1927 ईस्वी नूं पिता ਗਿਆਨੀ बुड्ढा सिंह वैदराज ਅਤੇ माता श्रीमती हरनाम कौर ਦੇ ਘਰ ਪਿੰਡ ਦੁਲਰੀਕੇ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿਖੇ ਹੋਇਆ। ਉਹਨਾਂ ਨੂੰ ਰੰਗਮੰਚ ਕਲਾ ਦੀ ਡੂੰਘੀ ਸਮਝ ਸੀ। ਉਹਨਾਂ ਨੇ ਰੰਗ ਮੰਚ ਪੱਖੋਂ ਕਈ ਨਵੇਂ ਪ੍ਰਯੋਗ ਕੀਤੇ, ਇਸ ਲਈ ਉਹ ਇੱਕ ਪ੍ਰਯੋਗਵਾਦੀ ਨਾਟਕਕਾਰ ਦੇ ਤੌਰ ਤੇ ਜਾਣੇ ਜਾਂਦੇ ਹਨ। ਆਪਣੇ ਨਾਟਕਾਂ ਤੇ ਇਕਾਂਗੀਆਂ ਵਿੱਚ ਉਹਨਾਂ ਨੇ ਸਮਾਜਿਕ ਪਰਿਵਾਰਿਕ ਸਮੱਸਿਆਵਾਂ ਅਤੇ ਪਾਤਰਾਂ ਦੀ ਮਾਨਸਿਕਤਾ ਦਾ ਚਿੱਤਰਨ ਬਹੁਤ ਹੀ ਸੂਖਮਤਾ ਦੇ ਨਾਲ ਪੇਸ਼ ਕੀਤਾ ਹੈ। ਬੱਚਿਓ, ਉਹਨਾਂ ਨੇ ਲਗਭਗ 14 ਨਾਟਕ ਲਿਖੇ। ਉਹ ਸਨ ਅਨਹੋਣੀ, ਪੁਤਲੀ ਘਰ, ਜਿਉਂਦੀ ਲਾਸ਼, ਜ਼ਿੰਦਗੀ ਤੋਂ ਦੂਰ, ਬੁਝਾਰਤ, ਪਾਗਲ ਲੋਕ ਉਹਨਾਂ ਦੇ ਪ੍ਰਸਿੱਧ ਨਾਟਕ ਹਨ। ਤੇ ਭਾਰਤ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਪਾਗਲ ਲੋਕ ਨਾਟਕ ਤੇ ਉਹਨਾਂ ਨੂੰ ਰਾਸ਼ਟਰੀ ਪੁਰਸਕਾਰ ਵੀ ਮਿਲਿਆ। ਉਹਨਾਂ ਨੇ ਲਗਭਗ 12 ਇਕਾਂਗੀ ਸੰਗ੍ਰਹਿ ਵੀ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਏ। ਉਹ ਇਕਾਂਗੀ ਸਨ ਰੱਬ ਤੇ ਰੰਗ 1956 ਵਿੱਚ, 2 ਜੋਤਾਂ 2 ਮੂਰਤਾਂ 1958 ਵਿੱਚ, ਕਵੀ ਤੇ ਕਵਿਤਾ 1962, ਕੱਚ ਦੇ ਗਜਰੇ 1969, ਝੁੰਗਲ ਮਾਟਾ 1975। ਆਪਣੀ ਇਸ ਦੇਣ ਕਰਕੇ ਉਹਨਾਂ ਨੂੰ ਪੰਜਾਬੀ ਸਾਹਿਤ ਸਮੀਖਿਆ ਬੋਰਡ ਤੇ ਸਾਹਿਤ ਵਿਚਾਰ ਮੰਚ ਕੈਨੇਡਾ ਵੱਲੋਂ ਵੀ ਸਨਮਾਨਿਤ ਕੀਤਾ ਗਿਆ। ਬੱਚਿਓ, ਕਪੂਰ ਸਿੰਘ ਘੁੰਮਣ ਜੀ ਨੇ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਵਿੱਚ ਅਤੇ ਡਾਇਰੈਕਟਰ ਪੰਜਾਬ ਰਾਜ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਚੰਡੀਗੜ੍ਹ ਵਿੱਚ ਸੇਵਾ ਨਿਭਾਈ ਤੇ ਆਪ 16 ਨਵੰਬਰ 1985 ਈਸਵੀ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਇਹ ਸੀ ਬੱਚਿਓ ਇਕਾਂਗੀਕਾਰ ਕਪੂਰ ਸਿੰਘ ਘੁੰਮਣ ਜੀ ਬਾਰੇ ਜਾਣਕਾਰੀ। ਤੇ ਹੁਣ ਅਸੀਂ ਕਰਦੇ ਹਾਂ ਤੁਹਾਡੀ ਵੰਨਗੀ ਪਾਠ ਪੁਸਤਕ ਵਿੱਚ ਦਰਜ ਉਹਨਾਂ ਦੀ ਇਕਾਂਗੀ ਸਮੁੰਦਰੋਂ ਪਾਰ। ਬੱਚਿਓ, ਅਸੀਂ ਸਭ ਤੋਂ ਪਹਿਲਾਂ ਸਮੁੰਦਰੋਂ ਪਾਰ ਇਕਾਂਗੀ ਦੇ ਪਾਤਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਇਸ ਦਾ ਜੋ ਮੁੱਖ ਪਾਤਰ ਉਹ ਹਰਦੇਵ ਬਾਜਵਾ ਹੈ, ਜੋ ਕਿ ਮਿਡਲ ਸੈਕਸ ਵਿੱਚ ਰਹਿੰਦਾ ਇੱਕ ਪੰਜਾਬੀ ਗੱਭਰੂ ਹੈ। ਪੰਜਾਬ ਤੋਂ ਇੰਗਲੈਂਡ ਵਿੱਚ ਗਿਆ ਹੈ
ਤੇ ਇੱਕ ਬਹੁਤ ਹੀ ਘਟੀਆ ਆਚਰਨ ਦਾ ਮਾਲਕ ਹੈ। ਸ਼ਰਨਜੀਤ ਉਸਦੀ ਪਤਨੀ ਹੈ। ਜਦੋਂ ਸ਼ਰਨਜੀਤ ਉਸ ਨੂੰ ਮਾੜੇ ਕੰਮ ਕਰਨ ਤੋਂ ਰੋਕਦੀ ਹੈ ਤਾਂ ਉਸਦੇ ਉੱਤੇ ਝੂਠੀਆਂ ਤੋਹਮਤਾਂ ਲਾ ਕੇ ਉਹਨੂੰ ਛੱਡ ਕੇ ਇੰਗਲੈਂਡ ਚਲਾ ਜਾਂਦਾ ਹੈ। ਦੂਸਰਾ ਪਾਤਰ ਹੈ ਬਲਵੰਤ ਢਿੱਲੋਂ, ਜੋ ਕਿ ਇੰਗਲੈਂਡ ਵਿੱਚ ਹੀ ਰਹਿੰਦਾ ਇੱਕ ਹਰਦੇਵ ਦਾ ਦੋਸਤ ਹੈ। ਹਕੂਮਤ ਰਾਏ, ਉਹ ਵੀ ਇੰਗਲੈਂਡ ਵਿੱਚ ਰਹਿੰਦਾ ਹੈ ਤੇ ਹਰਦੇਵ ਦਾ ਗੁਆਂਢੀ ਦੋਸਤ ਹੈ। ਸੁਖਦੇਵ ਬਾਜਵਾ ਹਰਦੇਵ ਦਾ ਛੋਟਾ ਭਰਾ ਹੈ, ਜੋ ਕਿ ਆਪਣੀ ਭਰਜਾਈ ਸ਼ਰਨਜੀਤ ਨੂੰ ਮਾਂ ਤੋਂ ਵੀ ਵੱਧ ਸਮਝਦਾ ਹੈ ਤੇ ਉਸਨੂੰ ਉਸਦਾ ਹੱਕ ਦਿਵਾਉਣ ਦੇ ਲਈ ਵਚਨਬੱਧ ਹੈ। ਸ਼ਰਨਜੀਤ ਹਰਦੇਵ ਦੀ ਪੰਜਾਬਣ ਪਤਨੀ ਹੈ, ਜੋ ਕਿ ਪੜ੍ਹੀ ਲਿਖੀ ਕੁੜੀ ਹੈ ਤੇ ਆਪਣੇ ਹੱਕਾਂ ਦੇ ਲਈ ਲੜਦੀ ਹੋਈ ਉਸਦੇ ਪਿੱਛੇ ਇੰਗਲੈਂਡ ਪਹੁੰਚ ਜਾਂਦੀ ਹੈ। ਮਰਸੀ ਹਰਦੇਵ ਦੀ ਦੂਜੀ ਅੰਗਰੇਜ਼ ਪਤਨੀ ਹੈ ਤੇ ਨੀਟੂ ਜੋ ਹੈ ਉਹ ਹਰਦੇਵ ਤੇ ਸ਼ਰਨਜੀਤ ਦਾ ਪੁੱਤਰ ਹੈ। ਤੇ ਥਾਂ ਜਿੱਥੇ ਇਕਾਂਗੀ ਦਿਖਾਇਆ ਗਿਆ ਹੈ ਮਿਡਲਸੈਕਸ, ਇੰਗਲੈਂਡ ਦੇ ਵਿੱਚ। ਅਸੀਂ ਦੇਖਦੇ ਹਾਂ ਕਿ ਇਸ ਇਕਾਂਗੀ ਦਾ ਮੁੱਖ ਪਾਤਰ ਹਰਦੇਵ ਬਾਜਵੇ ਦਾ ਵਿਆਹ ਸ਼ਰਨਜੀਤ ਨਾਲ ਹੋਇਆ ਸੀ ਤੇ ਉਸਦੇ ਮਾੜੇ ਆਚਰਣ ਕਰਕੇ ਜਦੋਂ ਸ਼ਰਨਜੀਤ ਉਸਨੂੰ ਸਮਝਾਉਂਦੀ ਹੈ, ਮਾੜੇ ਕੰਮਾਂ ਤੋਂ ਰੋਕਦੀ ਹੈ, ਤਾਂ ਉਹ ਉਸਨੂੰ ਪੰਜਾਬ ਹੀ ਛੱਡ ਕੇ ਇੰਗਲੈਂਡ ਚਲਾ ਜਾਂਦਾ ਹੈ ਤੇ ਉੱਥੇ ਉਹ ਮਰਸੀ ਨਾਂ ਦੀ ਇੱਕ ਅੰਗਰੇਜ਼ ਔਰਤ ਨਾਲ ਵਿਆਹ ਕਰਵਾ ਲੈਂਦਾ ਹੈ ਤੇ ਉਸਨੂੰ ਝੂਠ ਹੀ ਆਖਦਾ ਹੈ ਕਿ ਉਸਨੇ ਪੰਜਾਬ ਸ਼ਰਨਜੀਤ ਨੂੰ ਤਲਾਕ ਦੇ ਦਿੱਤਾ ਹੋਇਆ ਹੈ। ਉਧਰ ਸ਼ਰਨਜੀਤ ਇੱਕ ਬੇਟੇ ਨੂੰ ਜਨਮ ਦਿੰਦੀ ਹੈ ਜਿਸ ਦਾ ਨਾਂ ਨੀਟੂ ਹੈ। ਉਸਨੂੰ ਜਦੋਂ ਹਰਦੇਵ ਬਾਜਵੇ ਦੇ ਦੂਸਰੇ ਵਿਆਹ ਦਾ ਪਤਾ ਲੱਗਦਾ ਹੈ ਤਾਂ ਉਹ ਆਪਣੇ ਦਿਓਰ ਸੁਖਦੇਵ ਤੇ ਆਪਣੇ ਪੁੱਤਰ ਨੀਟੂ ਨੂੰ ਨਾਲ ਲੈ ਕੇ ਇੰਗਲੈਂਡ ਪਹੁੰਚ ਜਾਂਦੀ ਹੈ। ਪਿਆਰੇ ਬੱਚਿਓ, ਇਕਾਂਗੀ ਦੇ ਸ਼ੁਰੂ ਵਿੱਚ ਹੀ ਆਪਾਂ ਦੇਖਦੇ ਹਾਂ ਕਿ ਸ਼ਰਨਜੀਤ ਦੇ ਇੰਗਲੈਂਡ ਆਉਣ ਦਾ ਸਭ ਤੋਂ ਪਹਿਲਾਂ ਪਤਾ ਹਰਦੇਵ ਬਾਜਵੇ ਦੇ ਦੋਸਤ ਬਲਵੰਤ ਢਿੱਲੋਂ ਨੂੰ ਲੱਗਦਾ ਹੈ। ਜਦੋਂ ਉਹ ਹਰਦੇਵ ਬਾਜਵੇ ਨੂੰ ਇਸ ਬਾਰੇ ਦੱਸਦਾ ਹੈ ਕਿ ਸ਼ਰਨਜੀਤ ਇੰਗਲੈਂਡ ਪਹੁੰਚ ਗਈ ਹੈ ਤੇ ਇਸ ਦਾ ਹਰਦੇਵ ਬਾਜਵੇ ਨੂੰ ਯਕੀਨ ਨਹੀਂ ਆਉਂਦਾ ਤੇ ਉਹ ਉਸਨੂੰ ਜੋ ਉੱਤਰ ਦਿੰਦਾ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸ਼ਰਨਜੀਤ ਨਾਲ ਕਿੰਨੀ ਨਫ਼ਰਤ ਕਰਦਾ ਹੈ ਤੇ ਉਸ ਦਾ ਤਿਰਸਕਾਰ ਕਰਦਾ ਹੈ। ਇਸ ਤੋਂ ਸਾਨੂੰ ਇਸਤਰੀ ਦੇ ਤਿਰਸਕਾਰ ਦਾ ਵੀ ਪਤਾ ਲੱਗਦਾ ਹੈ। ਕੀ ਕਹਿੰਦਾ ਹੈ ਹਰਦੇਵ ਬਾਜਵਾ ਜਦੋਂ ਉਸਨੂੰ ਬਲਵੰਤ ਢਿੱਲੋਂ ਸ਼ਰਨਜੀਤ ਦੇ ਆਉਣ ਬਾਰੇ ਦੱਸਦਾ ਹੈ ਤੇ ਬਾਜਵਾ ਆਖਦਾ ਹੈ ਹੱਸਦਾ ਹੋਇਆ, ਸ਼ਰਨਜੀਤ, ਉਹਨੂੰ ਮੈਂ 7 ਸਮੁੰਦਰੋਂ ਪਾਰ ਧਰਮ ਕਰਮ ਦੀ ਚੱਕੀ ਵਿੱਚ ਇਸਤਰੀ ਦਾ ਦਲੀਆ ਕਰਨ ਵਾਲੇ ਸਮਾਜ ਦੀ ਸ਼ਰਨ ਵਿੱਚ ਛੱਡ ਕੇ ਸੁਰਖਰੂ ਹੋ ਗਿਆ ਹਾਂ। ਇੰਗਲੈਂਡ ਦੀਆਂ ਆਜ਼ਾਦ ਫਿਜ਼ਾਵਾਂ ਨੇ ਮੈਨੂੰ ਮਰਸੀ ਬਖਸ਼ੀ ਹੋਈ ਹੈ ਤੇ ਹੁਣ ਸ਼ਰਨਜੀਤ ਦਾ ਪਰਛਾਵਾਂ ਮੇਰੇ ਤੇ ਸੁਪਨੇ ਵਿੱਚ ਵੀ ਨਹੀਂ ਪੈ ਸਕੇਗਾ। ਦੇਖੋ ਬੱਚਿਓ, ਉਸਦੀ ਇਸ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਉਹ ਸ਼ਰਨਜੀਤ ਨੂੰ ਆਪਣੀ ਪਤਨੀ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ, ਪਰ ਉਸਦਾ ਦੋਸਤ ਬਲਵੰਤ ਢਿੱਲੋਂ ਉਸਨੂੰ ਸਮਝਾਉਂਦਾ ਹੈ ਕਿ ਉਹ ਇੱਕ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਾ ਸਕਦਾ। ਇਹ ਕਾਨੂੰਨੀ ਤੌਰ 'ਤੇ ਪੰਜਾਬ ਵਿੱਚ ਵੀ ਜੁਰਮ ਹੈ ਤੇ ਇੰਗਲੈਂਡ ਵਿੱਚ ਵੀ। ਉਹ ਉਸਨੂੰ ਸਲਾਹ ਦਿੰਦਾ ਹੈ ਕਿ ਉਹ ਮਰਸੀ ਅੱਗੇ ਆਪਣਾ ਕਸੂਰ ਮੰਨ ਲਵੇ, ਮਰਸੀ ਨੂੰ ਸੱਚ ਦੱਸ ਦੇਵੇ, ਕਿਉਂਕਿ ਬੱਚਿਓ ਮੈਂ ਦੱਸਿਆ ਨਾ ਕਿ ਉਸਨੇ ਮਰਸੀ ਨੂੰ ਝੂਠ ਬੋਲਿਆ ਸੀ ਕਿ ਉਸਨੇ ਸ਼ਰਨਜੀਤ ਨੂੰ ਤਲਾਕ ਦੇ ਦਿੱਤਾ ਹੋਇਆ ਹੈ, ਪਰ ਉਸਨੇ ਸ਼ਰਨਜੀਤ ਨੂੰ ਤਲਾਕ ਨਹੀਂ ਸੀ ਦਿੱਤਾ ਤੇ ਉਸਦਾ ਦੋਸਤ ਉਸਨੂੰ ਸਲਾਹ ਦਿੰਦਾ ਹੈ ਕਿ ਉਹ ਮਰਸੀ ਅੱਗੇ ਆਪਣਾ ਕਸੂਰ ਮੰਨ ਲਵੇ ਤੇ ਉਸ ਤੋਂ ਤਲਾਕ ਲੈ ਕੇ ਸ਼ਰਨਜੀਤ ਨੂੰ ਉਸਦਾ ਹੱਕ ਦੇ ਦੇਵੇ। ਪਰ ਹਰਦੇਵ ਬਾਜਵਾ ਨਹੀਂ ਮੰਨਦਾ ਤੇ ਕਹਿੰਦਾ ਹੈ ਕਿ ਉਸਨੂੰ ਕੈਦ ਤੇ ਕਤਲ ਹੋਣਾ ਮਨਜ਼ੂਰ ਹੈ, ਪਰ ਸ਼ਰਨਜੀਤ ਦੀ ਸ਼ਕਲ ਦੇਖਣੀ ਮਨਜ਼ੂਰ ਨਹੀਂ ਤੇ ਪਿਸਤੌਲ ਕੱਢ ਕੇ ਜੇਬ ਵਿੱਚ ਪਾ ਲੈਂਦਾ ਹੈ। ਢਿੱਲੋਂ ਚਲਾ ਜਾਂਦਾ ਹੈ। ਬਲਵੰਤ ਢਿੱਲੋਂ ਉਸਦੇ ਜਾਣ ਤੋਂ ਬਾਅਦ ਉਹ ਪਿਸਤੌਲ ਨੂੰ ਕੱਢ ਕੇ ਆਪਣੇ ਆਪ ਨੂੰ ਮਾਰਨ ਲਈ
ਮੱਥੇ 'ਤੇ ਰੱਖਦਾ ਹੈ ਕਿ ਉਸਦਾ ਜੋ ਗੁਆਂਢੀ ਦੋਸਤ ਸੀ, ਕੌਣ ਸੀ ਗੁਆਂਢੀ ਦੋਸਤ? ਹਕੂਮਤ ਰਾਏ। ਹਾਂ, ਉਹ ਆ ਕੇ ਉਸ ਤੋਂ ਪਿਸਤੌਲ ਖੋਹ ਲੈਂਦਾ ਹੈ ਅਤੇ ਉਹ ਰਾਏ ਨੂੰ ਦੱਸਦਾ ਹੈ। ਬਾਜਵਾ ਆਪਣੇ ਦੋਸਤ ਹਕੂਮਤ ਰਾਏ ਨੂੰ ਦੱਸਦਾ ਹੈ ਕਿ ਉਹ ਅਜੀਬ ਮੁਸੀਬਤ ਵਿੱਚ ਫਸ ਗਿਆ ਹੈ। ਉਹ ਉਸ ਨੂੰ ਪੁੱਛਦਾ ਹੈ ਵੀ ਕੀ ਹੋਇਆ ਹੈ। ਉਹ ਆਖਦਾ ਕਿ ਉਹ ਸ਼ਾਮ ਨੂੰ ਸਾਰੀ ਗੱਲ ਦੱਸੇਗਾ, ਪਰ ਜੇਕਰ ਕੋਈ ਅਜਨਬੀ ਉਸ ਦੇ ਬਾਰੇ ਪੁੱਛੇ, ਉਸ ਦੇ ਘਰ ਆਵੇ ਅਤੇ ਉਹ ਬਿਲਕੁਲ ਵੀ ਉਸ ਬਾਰੇ ਨਾ ਦੱਸੇ। ਪਰ ਜੇ ਉਸਦੀ ਅੰਗਰੇਜ਼ ਪਤਨੀ ਮਰਸੀ ਆ ਜਾਵੇ ਅਤੇ ਉਸ ਨੂੰ ਕਹਿ ਦੇਵੇ ਕਿ ਉਹ ਮੈਟਰੋ ਹੋਟਲ ਵਿੱਚ ਹੈ। ਹਰਦੇਵ ਬਾਜਵਾ ਇਹ ਕਹਿ ਕੇ ਚਲਾ ਜਾਂਦਾ ਹੈ। ਜਿਵੇਂ ਕਿ ਮੈਂ ਪਹਿਲੇ ਦੱਸਿਆ ਕਿ ਸ਼ਰਨਜੀਤ ਆਪਣੇ ਦਿਓਰ ਸੁਖਦੇਵ ਬਾਜਵਾ ਅਤੇ ਨੀਟੂ ਨੂੰ ਨਾਲ ਲੈ ਕੇ ਇੰਗਲੈਂਡ ਪਹੁੰਚ ਜਾਂਦੀ ਹੈ ਅਤੇ ਹੁਣ ਉਹ ਹਰਦੇਵ ਬਾਜਵੇ ਦੇ ਘਰ ਵੀ ਆ ਜਾਂਦੀ ਹੈ। ਹਕੂਮਤ ਰਾਏ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ ਹੁੰਦਾ ਹੈ, ਉਹਨਾਂ ਦੀ ਆਓ ਭਗਤ ਕਰਦਾ ਹੈ, ਉਹਨਾਂ ਨੂੰ ਦੱਸਦਾ ਹੈ ਕਿ ਇਹ ਹਰਦੇਵ ਬਾਜਵੇ ਦਾ ਹੀ ਘਰ ਹੈ। ਜਦਕਿ ਬੱਚਿਓ, ਹਰਦੇਵ ਬਾਜਵਾ ਹਕੂਮਤ ਰਾਏ ਨੂੰ ਮਨਾ ਕਰਕੇ ਗਿਆ ਸੀ ਕਿ ਕਿਸੇ ਵੀ ਅਜਨਬੀ ਨੂੰ ਮੇਰੇ ਬਾਰੇ ਨਹੀਂ ਦੱਸਣਾ। ਪਰ ਜਦੋਂ ਹਕੂਮਤ ਰਾਏ ਨੂੰ ਪਤਾ ਲੱਗਦਾ ਹੈ ਕਿ ਇਹ ਹਰਦੇਵ ਬਾਜਵੇ ਦੀ ਪੰਜਾਬਣ ਪਤਨੀ ਹੈ ਅਤੇ ਉਸਦਾ ਭਰਾ ਹੈ, ਅਤੇ ਉਹ ਉਹਨਾਂ ਨੂੰ ਦੱਸ ਦਿੰਦਾ ਹੈ ਕਿ ਇਹ ਉਸਦਾ ਹੀ ਘਰ ਹੈ। ਜਦੋਂ ਅੰਦਰ ਦਾਖਲ ਹੁੰਦੇ ਹਨ ਅਤੇ ਘਰ ਦੇ ਅੰਦਰ ਅੰਗੀਠੀ 'ਤੇ ਇੱਕ ਤਸਵੀਰ ਪਈ ਹੈ। ਉਹ ਕਿਸ ਦੀ ਤਸਵੀਰ ਹੈ? ਮਰਸੀ ਦੀ, ਹਰਦੇਵ ਬਾਜਵੇ ਦੀ ਅੰਗਰੇਜ਼ ਪਤਨੀ ਦੀ। ਅਤੇ ਸੁਖਦੇਵ ਅਤੇ ਸ਼ਰਨਜੀਤ ਵੀ ਸਮਝ ਜਾਂਦੇ ਹਨ ਕਿ ਇਹ ਹਰਦੇਵ ਬਾਜਵੇ ਦੀ ਪੱਕਾ ਦੂਜੀ ਪਤਨੀ ਹੈ। ਸੁਖਦੇਵ ਨੂੰ ਬਹੁਤ ਗੁੱਸਾ ਆਉਂਦਾ ਹੈ, ਪਰ ਸ਼ਰਨਜੀਤ ਨੂੰ ਉਸ 'ਤੇ ਤਰਸ ਆਉਂਦਾ ਹੈ ਅਤੇ ਸ਼ਰਨਜੀਤ ਉਸ ਨੂੰ ਬੜੀ ਮਾਸੂਮ ਅਤੇ ਸਾਊ ਲੱਗਦੀ ਹੈ। ਸ਼ਰਨਜੀਤ ਅਤੇ ਸੁਖਦੇਵ ਬਾਜਵਾ 'ਚ ਜੋ ਗੱਲਬਾਤ ਹੁੰਦੀ ਹੈ ਮਰਸੀ ਨੂੰ ਲੈ ਕੇ, ਉੱਥੋਂ ਸਾਨੂੰ ਔਰਤ ਹੀ ਔਰਤ ਦੀ ਹਮਦਰਦ ਹੈ, ਉਸ ਦੀਆਂ ਭਾਵਨਾਵਾਂ ਨੂੰ ਸਮਝ ਸਕਦੀ ਹੈ, ਇਸ ਗੱਲ ਦੀ ਪੁਸ਼ਟੀ ਹੁੰਦੀ ਹੈ। ਕੀ ਗੱਲਬਾਤ ਹੁੰਦੀ ਹੈ, ਚਲੋ ਦੇਖਦੇ ਹਾਂ। ਸੁਖਦੇਵ, ਜਿਹਨੂੰ ਕਿ ਸੁਖ ਵੀ ਕਿਹਾ ਗਿਆ ਹੈ ਇਕਾਂਗੀ ਦੇ ਵਿੱਚ, ਛੋਟਾ ਨਾਮ, ਮਰਸੀ ਦੀ ਤਸਵੀਰ ਫੜ ਕੇ, ਤਾਂ ਇਹ ਹੀ ਹੈ ਉਹੀ ਡੈਨ ਜਿਹਨੇ ਭਰਾ ਦੀ ਮੱਤ ਮਾਰ ਦਿੱਤੀ ਹੈ। ਸ਼ਰਨ ਤਸਵੀਰ ਵੱਲ ਗਹੁ ਨਾਲ ਦੇਖ ਕੇ, ਬੜੇ ਧਿਆਨ ਨਾਲ ਦੇਖ ਕੇ, ਇਹ ਤਾਂ ਵਿਚਾਰੀ ਬੜੀ ਮਾਸੂਮ ਅਤੇ ਸਾਊ ਜਾਪਦੀ ਹੈ। ਸੁਖ, ਔਰਤ ਹਮੇਸ਼ਾ ਔਰਤ ਦਾ ਪੱਖ ਕਰੇਗੀ। ਸ਼ਰਨ, ਇਸ ਵਾਸਤੇ ਕਿ ਮਰਦ ਨੇ ਕਦੇ ਔਰਤ ਨੂੰ ਸਮਝਣਾ ਹੀ ਨਹੀਂ। ਸੁਖ ਅੱਗੋਂ ਕੀ ਆਖਦਾ ਹੈ ਕਿ ਔਰਤ ਨੂੰ ਔਰਤ ਨਹੀਂ ਸਮਝ ਸਕਦੀ, ਮਰਦ ਕੀ ਸਮਝੇਗਾ। ਅਤੇ ਸ਼ਰਨ ਅੱਗੋਂ ਆਖਦੀ ਹੈ, ਨਹੀਂ, ਔਰਤ ਵਫਾ ਹੈ, ਮੁਹੱਬਤ ਹੈ, ਕੁਰਬਾਨੀ ਹੈ। ਇਸ ਤਰ੍ਹਾਂ ਇੱਕ ਔਰਤ ਹੋਣ ਦੇ ਨਾਤੇ ਸ਼ਰਨਜੀਤ ਮਰਸੀ ਨੂੰ ਕੋਈ ਸਜ਼ਾ ਦੇਣ ਦੇ ਹੱਕ ਵਿੱਚ ਨਹੀਂ। ਉਹ ਕਹਿੰਦੀ ਹੈ ਕਿ ਮਰਸੀ ਦਾ ਇਸ ਵਿੱਚ ਕੋਈ ਕਸੂਰ ਨਹੀਂ, ਪਰ ਸੁਖਦੇਵ ਇਹ ਮੰਨਣ ਨੂੰ ਤਿਆਰ ਨਹੀਂ ਹੈ। ਅਤੇ ਇਕਾਂਗੀ ਵਿੱਚ ਇੱਕ ਬਹੁਤ ਹੀ ਪਿਆਰੇ ਰਿਸ਼ਤੇ ਅਤੇ ਦਿਓਰ ਅਤੇ ਭਰਜਾਈ ਦੇ ਮੂੰਹ ਭਰੇ ਰਿਸ਼ਤੇ ਦੀ ਵੀ ਤਰਜਮਾਨੀ ਹੁੰਦੀ ਹੈ। ਇਸ ਰਿਸ਼ਤੇ ਦੀ ਕਦਰ ਅੱਜ ਕੱਲ੍ਹ ਘੱਟਦੀ ਜਾ ਰਹੀ ਹੈ ਬੱਚਿਓ, ਸਮਾਜਿਕ ਰਿਸ਼ਤਿਆਂ ਦੇ ਵਿੱਚ ਦਰਾਰ ਪੈ ਰਹੀ ਹੈ। ਪਰ ਇਸ ਇਕਾਂਗੀ ਵਿੱਚ ਸੁਖਦੇਵ, ਜੋ ਕਿ ਸ਼ਰਨਜੀਤ ਦਾ ਦਿਓਰ ਹੈ ਅਤੇ ਉਸਨੂੰ ਉਸਦਾ ਹੱਕ ਦਿਵਾਉਣ ਲਈ ਵਚਨਬੱਧ ਹੈ। ਦਿਓਰ ਭਰਜਾਈ ਦੀ ਇਸ ਗੱਲਬਾਤ ਤੋਂ ਮੂੰਹ ਭਰੇ ਸਮਾਜਿਕ ਰਿਸ਼ਤੇ ਦੀ ਤਰਜਮਾਨੀ ਹੁੰਦੀ ਹੈ। ਜਦੋਂ ਸ਼ਰਨ ਆਖਦੀ ਹੈ ਸੁਖਦੇਵ ਬਾਜਵਾ ਨੂੰ, ਕੀ ਆਖਦੀ ਹੈ ਸ਼ਰਨ? ਆਦਰ ਸਤਿਕਾਰ ਖਰੀਦਿਆ ਨਹੀਂ ਜਾ ਸਕਦਾ ਵੀਰ, ਨਾ ਹੀ ਇਹ ਦਬਕਿਆਂ ਤਾਕਤਾਂ ਦੇ ਜ਼ੋਰ ਨਾਲ ਮਿਲ ਸਕਦਾ। ਅੱਗੋਂ ਸੁੱਖ ਕੀ ਕਹਿੰਦਾ ਹੈ ਕਿ ਨਿਰਾਦਰ ਕਰਨ ਵਾਲੀ ਅੱਖ ਕੱਢੀ ਜਾ ਸਕਦੀ ਹੈ, ਹੱਥ ਤੋੜਿਆ ਜਾ ਸਕਦਾ, ਜ਼ਬਾਨ ਕੱਟੀ ਜਾ ਸਕਦੀ ਹੈ। ਮੇਰੀ ਮਾਂ ਵਰਗੀ ਭਰਜਾਈ ਦਾ ਨਿਰਾਦਰ ਕੋਈ ਕਰਕੇ ਤਾਂ ਵੇਖੇ।
ਦੇਖੋ ਬੱਚਿਓ, ਇਸ ਗੱਲਬਾਤ ਤੋਂ ਪਤਾ ਚੱਲਦਾ ਹੈ ਕਿ ਸੁਖਦੇਵ ਬਾਜਵਾ ਦੇ ਮਨ ਦੇ ਵਿੱਚ ਆਪਣੀ ਭਰਜਾਈ ਸ਼ਰਨਜੀਤ ਦੇ ਲਈ ਕਿੰਨੀ ਇੱਜ਼ਤ ਹੈ, ਕਿੰਨਾ ਖਿਆਲ ਹੈ, ਅਤੇ ਉਸ ਦਾ ਹੱਕ ਦਿਵਾਉਂਦਿਆਂ ਅਸੀਂ ਦੇਖਾਂਗੇ ਕਿ ਇਕਾਂਗੀ ਦੇ ਅੰਤ ਦੇ ਵਿੱਚ ਉਹ ਕੁਰਬਾਨੀ ਦਾ ਪੁਤਲਾ ਹੋ ਕੇ ਨਿਬੜਦਾ ਹੈ, ਉਸਦੀ ਮੌਤ ਹੋ ਜਾਂਦੀ ਹੈ। ਥੋੜ੍ਹੀ ਦੇਰ ਤੋਂ ਬਾਅਦ ਢਿੱਲੋਂ ਆ ਜਾਂਦਾ ਹੈ। ਉਹ ਸ਼ਰਨਜੀਤ ਨੂੰ ਬਾਜਵੇ ਦੇ ਗੁੱਸੇ ਬਾਰੇ ਦੱਸਦਾ ਹੈ। ਸੁਖਦੇਵ ਸ਼ਰਨਜੀਤ ਨੂੰ ਮਰਸੀ ਵਰਗੇ ਕੱਪੜੇ ਪਹਿਨਣ, ਵਾਲ ਬਣਾਉਣ ਅਤੇ ਪਿੱਠ ਕਰਕੇ ਬੈਠਣ ਦੀ ਸਲਾਹ ਦਿੰਦਾ ਹੈ ਤਾਂ ਕਿ ਮਰਸੀ ਵਰਗਾ ਬਣਨ ਲਈ ਸ਼ਰਨਜੀਤ ਅੰਦਰ ਚਲੇ ਜਾਂਦੀ ਹੈ। ਇੰਨੇ ਨੂੰ ਸੱਚਮੁੱਚ ਉਸਦੀ ਦੂਜੀ ਪਤਨੀ ਮਰਸੀ ਆ ਜਾਂਦੀ ਹੈ। ਉਹ ਸਭ ਨੂੰ ਮਿਲ ਕੇ ਬਹੁਤ ਖੁਸ਼ ਹੁੰਦੀ ਹੈ। ਸੁਖਦੇਵ ਸ਼ਰਨਜੀਤ ਬਾਰੇ ਅਤੇ ਹਰਦੇਵ ਦੇ ਪੁੱਤਰ ਨੀਟੂ ਬਾਰੇ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਸਨੇ ਸ਼ਰਨਜੀਤ ਨੂੰ ਪੰਜਾਬ ਵਿੱਚ ਤਲਾਕ ਨਹੀਂ ਦਿੱਤਾ ਹੋਇਆ। ਜਦੋਂ ਮਰਸੀ ਇਹ ਸਭ ਕੁਝ ਸੁਣਦੀ ਹੈ ਕਿ ਹਰਦੇਵ ਬਾਜਵੇ ਦਾ ਪੰਜਾਬ ਦੇ ਵਿੱਚ ਇੱਕ ਬੇਟਾ ਵੀ ਹੈ, ਤਾਂ ਉਸਨੂੰ ਬਹੁਤ ਗੁੱਸਾ ਆ ਜਾਂਦਾ ਹੈ ਅਤੇ ਉਹ ਬਹੁਤ ਦੁਖੀ ਹੋ ਕੇ ਆਖਦੀ ਹੈ, ਓ गॉड, हमारा साथ कैसा शेमफुल धोखा हुआ। आप पंजाबी लोग का बरादरी ये होता, आप औरत को घर में भी ऐसा डिसीव करता और दूसरा मुल्क में जाकर भी डिसीव करता। शर्म का बाट, शेम शेम। ਤੇ ਮਰਸੀ ਇਹ ਕਹਿੰਦੀ ਹੋਈ ਉੱਥੋਂ ਚਲੀ ਜਾਂਦੀ ਹੈ। ਬੱਚਿਓ, ਸੁਖਦੇਵ ਬਾਜਵਾ ਸ਼ਰਨਜੀਤ ਦਾ ਦਿਓਰ ਤੇ ਅੱਗੇ ਹੀ ਚਾਹੁੰਦਾ ਸੀ। ਉਹ ਬਹੁਤ ਖੁਸ਼ ਹੁੰਦਾ ਹੈ ਕਿ ਉਹ ਆਪਣੇ ਆਪ ਹੀ ਉਹਨਾਂ ਦਾ ਰਸਤਾ ਸਾਫ਼ ਕਰ ਗਈ। ਪਰ ਬਲਵੰਤ ਢਿੱਲੋਂ ਸੁਖਦੇਵ ਨੂੰ ਦੱਸਦਾ ਹੈ ਕਿ ਸ਼ਰਨਜੀਤ ਦੇ ਸੱਚ ਬੋਲਣ ਕਾਰਨ ਹੀ ਹਰਦੇਵ ਉਸ ਨਾਲ ਨਫ਼ਰਤ ਕਰਦਾ ਸੀ। ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਉੱਤੋਂ ਹਰਦੇਵ ਬਾਜਵਾ ਆਉਂਦਾ ਹੈ। ਉਸਨੂੰ ਸੁਖਦੇਵ ਅਤੇ ਸ਼ਰਨਜੀਤ ਨੂੰ ਦੇਖ ਕੇ ਗੁੱਸਾ ਆ ਜਾਂਦਾ ਹੈ। ਉਹ ਸ਼ਰਨਜੀਤ ਨੂੰ ਆਪਣੀ ਪਤਨੀ ਮੰਨਣ ਲਈ ਤਿਆਰ ਨਹੀਂ, ਪਰ ਸੁਖਦੇਵ ਆਖਦਾ ਹੈ ਕਿ ਉਸਦੀ ਭਰਜਾਈ ਛੁੱਟੜ ਰਹਿ ਕੇ ਵਾਪਸ ਪੰਜਾਬ ਨਹੀਂ ਜਾਵੇਗੀ। ਹਰਦੇਵ ਬਾਜਵਾ ਉਸਨੂੰ ਕਹਿੰਦਾ ਹੈ ਕਿ ਉਹ ਉਸਦਾ ਭਰਾ ਨਹੀਂ, ਦੁਸ਼ਮਣ ਹੈ। ਜੇ ਉਹ ਸ਼ਰਨਜੀਤ ਨੂੰ ਵਾਪਸ ਨਾ ਲੈ ਕੇ ਗਿਆ ਤੇ ਤਿੰਨਾਂ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਜਾਵੇਗੀ। ਸੁਖਦੇਵ ਬਾਜਵਾ ਕਹਿੰਦਾ ਹੈ ਕਿ ਜੇਕਰ ਉਸਦੀ ਜਾਨ ਬਦਲੇ ਉਸਦੀ ਭਰਜਾਈ ਨੂੰ ਸੁਹਾਗ ਮਿਲ ਸਕਦਾ ਹੈ ਤਾਂ ਉਹ ਪਿਸਤੌਲ ਕੱਢ ਕੇ ਉਸਨੂੰ ਗੋਲੀ ਮਾਰੇ। ਉਹ ਆਪ ਹੀ ਦਰਾਜ ਵਿੱਚੋਂ ਕੱਢ ਕੇ ਪਿਸਤੌਲ ਹਰਦੇਵ ਬਾਜਵੇ ਨੂੰ ਫੜਾਉਂਦਾ ਹੈ ਅਤੇ ਹਰਦੇਵ ਬਾਜਵੇ ਦੇ ਹੱਥ ਕੰਬਣ ਲੱਗਦੇ ਹਨ। ਉਹ ਰੋਣ ਲੱਗ ਪੈਂਦਾ ਹੈ। ਸ਼ਰਨਜੀਤ ਵੀ ਉਸਨੂੰ ਪੁੱਛਦੀ ਹੈ ਕਿ ਉਹ ਉਸਦਾ ਕਸੂਰ ਤਾਂ ਦੱਸੇ। ਉਹ ਔਰਤ ਨੂੰ ਕੀ ਸਮਝਦਾ ਹੈ? ਸ਼ਾਦੀ ਦਾ ਮਤਲਬ ਉਸ ਲਈ ਕੀ ਹੈ? ਬਾਜਵੇ ਨੂੰ ਸ਼ਰਨਜੀਤ ਦੀਆਂ ਗੱਲਾਂ ਸੁਣ ਕੇ ਗੁੱਸਾ ਆ ਜਾਂਦਾ ਹੈ ਅਤੇ ਉਹ ਉਸਨੂੰ ਆਖਦਾ ਹੈ ਕਿ ਜੇਕਰ ਉਸਨੂੰ ਜਾਨ ਚਾਹੀਦੀ ਹੈ ਤਾਂ ਉਹ ਅੱਗੋਂ ਇੱਕ ਲਫ਼ਜ਼ ਨਾ ਬੋਲੇ। ਸ਼ਰਨਜੀਤ ਕਹਿੰਦੀ ਹੈ ਕਿ ਉਹ ਬੇਇੱਜ਼ਤ ਹੋਣ ਨਹੀਂ ਆਈ, ਉਸਨੂੰ ਮੌਤ ਜਾਂ ਇੱਜ਼ਤ ਚਾਹੀਦੀ ਹੈ। ਬਾਜਵਾ ਕਹਿੰਦਾ ਹੈ ਕਿ ਉਸਨੂੰ ਮੌਤ ਹੀ ਮਿਲੇਗੀ। ਇੰਨੇ ਦੇ ਵਿੱਚ ਸੁਖਦੇਵ ਵਿਚਕਾਰ ਆ ਜਾਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਉਸਦੀ ਮੌਤ ਤੋਂ ਪਹਿਲਾਂ ਭਰਜਾਈ ਨਹੀਂ ਮਰੇਗੀ। ਉਹ ਪਿਸਤੌਲ ਖੋਹਣ ਲਈ ਝਪਟਦਾ ਹੈ ਅਤੇ ਭਰਜਾਈ ਦੇ ਗੁਨਾਹ ਦਾ ਸਬੂਤ ਮੰਗਦਾ ਹੈ। ਗੁੱਥਮ ਗੁੱਥੇ ਦੇ ਵਿੱਚ ਪਿਸਤੌਲ ਚੱਲ ਜਾਂਦੀ ਹੈ ਅਤੇ ਗੋਲੀ ਜੋ ਹੈ ਉਹ ਸੁਖਦੇਵ ਦੇ ਮੱਥੇ ਵਿੱਚੋਂ ਲੰਘ ਜਾਂਦੀ ਹੈ ਅਤੇ ਸੁਖਦੇਵ ਭਰਜਾਈ ਦਾ ਹੱਕ ਦਿਵਾਉਂਦੇ ਆਪਣੀ ਜਾਨ ਗਵਾ ਬੈਠਦਾ ਹੈ, ਮਾਰਿਆ ਜਾਂਦਾ ਹੈ। ਇਸ ਤਰ੍ਹਾਂ ਪਿਆਰੇ ਬੱਚਿਓ, ਇਸ ਇਕਾਂਗੀ ਦਾ ਅੰਤ ਜੋ ਹੈ ਦੁਖਾਂਤ ਹੋ ਨਿਬੜਦਾ ਹੈ। ਇਹ ਸੀ ਇਕਾਂਗੀ ਸਮੁੰਦਰੋਂ ਪਾਰ, ਜੋ ਕਿ ਵਿਦੇਸ਼ ਦੀ ਧਰਤੀ ਨੂੰ ਕਿਹਾ ਗਿਆ ਹੈ ਅਤੇ ਇੱਥੇ ਸਮੁੰਦਰੋਂ ਭਾਵ ਇੰਗਲੈਂਡ ਤੋਂ ਹੈ। ਪਾਤਰਾਂ ਦੇ ਚਰਿੱਤਰ ਚਿਤਰਨ ਵਿੱਚ ਤੁਹਾਨੂੰ ਜੋ ਇਕਾਂਗੀ ਦੇ ਪਾਤਰ ਹਨ ਉਹਨਾਂ ਬਾਰੇ ਪ੍ਰਸ਼ਨ ਇੰਝ ਆ ਸਕਦਾ ਹੈ ਕਿ ਪ੍ਰਸ਼ਨ ਪਹਿਲਾ ਕਿ ਹਰਦੇਵ ਬਾਜਵਾ ਦਾ ਚਰਿੱਤਰ ਚਿਤਰਨ ਕਰੋ।
प्यारे बच्चों, तुसी हरदेव बाजवे बारे पढ़िया कि वो किस तरह का इंसान सी। सब तो पहला तुसी जान पहचान देनी है। जान पहचान दे विच तुसी की दसोगे कि हरदेव बाजवा समुद्रों पार एकांगी का मुख पात्र है। वो घटिया आचरण का मालक है। नीटू उसका पुत्र है। शरणजीत उसकी पंजाबन पत्नी है। मरसी उसकी अंग्रेज पत्नी है। सुखदेव बाजवा उसका छोटा भरा है। तुसी ये सारा जान पहचान दे विच दे सकते हो। चुस्त चलाक है कि किस तरह चुस्त चलाकी दे नाल जदों शरणजीत उसनूं माड़े काम करन तो रोकदी है तो उल्टा उस उत्ते दोष लाउंदा है तो उसकी बदनामी करनी शुरू कर दिंदा है। घटिया आचरण का मालक है। उसका चरित्र माड़ा है। जदों उसनूं माड़े कामां तो शरणजीत ने रोकिया तो वो माड़े काम बंद करन दी बजाए उल्टा उसदे उत्ते दोष लगाउंदा है तो उसनूं छड्ड के इंग्लैंड चले जाता है तो उत्थे मरसी दे नाल दूसरा विआह करवा लैंदा है। झूठ बोलन वाला है। झूठ भी वो बोलता है। जिवें कि तुसी एकांगी दे विच जाने कि मरसी नूं वो झूठ बोल के विआह करवा लैंदा है कि उसने पंजाब वाली पत्नी दे नाल तलाक ले लिया होया है। मन मर्जियां करन वाला है। वो किसी दी नहीं सुनता, ना अपने भरा हरदेव बाजवे दी, ना अपने दोस्त बलवंत ढिल्लों दी, ना हकूमत राय दी। उसनूं सारे समझाउण दी कोशिश करते हैं कि वो मरसी नूं तलाक दे के अपनी पंजाबन पत्नी शरणजीत नूं अपना लवे, पर वो मन मर्जियां करन वाला है। वो किसी भी सूरत दे विच अजिहा करन लई तैयार नहीं है। दुष्ट ते कातल, वो एक दुष्ट पात्र है, कातल है। तुसी एकांगी दे अंत विच देखिया कि किस तरह जदों वो पिस्तौल कढ़दा है शरणजीत नूं मारन लई ते उसदे हत्थों गोली चल जाती है ते वो गोली सुखदेव बाजवा दे उसदे छोटे भरा नूं लग जाती है। इस तरह वो एक दुष्ट ते कातल है। हुण प्रश्न नंबर 2 है कि सुखदेव बाजवा का चरित्र चित्रण करो। इस विच भी तुसी सब तो पहला जान पहचान दोगे कि सुखदेव समुद्रों पार एकांगी का एक महत्वपूर्ण पात्र है। वो हरदेव बाजवा का भरा है। शरणजीत उसकी भरजाई है तो उसनूं उसका हक दिवाउण लई इंग्लैंड मिडलसैक्स दे विच पहुँच जाता है। वो अपनी भरजाई का बहुत आदर ते सत्कार करन वाला है, सच का पक्ष लैण वाला है ते कुर्बानी का पुतला है। जिवें कि मैं पहले ही दसिया कि सच का पक्ष लैण वाला कि वो अपनी भरजाई नूं सच बोलन वाली इस्त्री समझ के उसका पक्ष लैंदा है ते भरा नूं झूठ बोलन वाला समझ के उसका साथ नहीं देंदा, उसकी आलोचना करता है। भरजाई का आदर ते सत्कार करन वाला है। वो शरणजीत का बहुत सत्कार करता है। वो भरा दे हत्थों भरजाई का निरादर बर्दाश्त नहीं कर सकता ते उसनूं उसदे घर वसाउण लई हर कुर्बानी करन लई तैयार है। स्वै भरोसे वाला है, हौसले वाला है, उसनूं अपने आप ते भरोसा है। इस करके वो अपनी भरजाई नूं बड़े हौसले नाल कहंदा है कि जे भरा दे घर तुहानूं आदर नाल ना वसाया ते मैं भी जट दा पुत्तर नहीं। तरकीब सोच लैण वाला है। वो योजना बना लैण वाला है। तरकीब सोच लैण वाला व्यक्ति है। वो शरणजीत नूं भरा दे गुस्से तो बचाउण लई उसनूं मरसी दे कपड़े पाउण लई ते उस वांग वाल शिंगारन लई कहंदा है। वो कहंदा है कि मरसी दी ड्रैस विच शरणजीत पिठ करके बैठी रहे ते इस प्रकार वो हरदेव दे गुस्से तो बची रहेगी। कुर्बानी का पुतला है।
ਉਹ ਭਰਜਾਈ ਨੂੰ ਭਰਾ ਦੇ ਘਰ ਵਸਾਉਣ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ ਅਤੇ ਅੰਤ ਵਿੱਚ ਉਹ ਕੁਰਬਾਨੀ ਦਿੰਦਾ ਵੀ ਹੈ ਕਿ ਜਦੋਂ ਹਰਦੇਵ ਸ਼ਰਨਜੀਤ ਨੂੰ ਗੋਲੀ ਮਾਰਨ ਲਈ ਪਿਸਤੌਲ ਚੁੱਕਦਾ ਹੈ ਤਾਂ ਉਹ ਅੱਗੇ ਹੋ ਜਾਂਦਾ ਹੈ ਅਤੇ ਉਸਦੇ ਹੱਥੋਂ ਪਿਸਤੌਲ ਖੋਹੰਦਾ ਉਸਦੀ ਗੋਲੀ ਦਾ ਸ਼ਿਕਾਰ ਹੋ ਕੇ ਮਾਰਿਆ ਜਾਂਦਾ ਹੈ। ਇਸ ਤਰ੍ਹਾਂ ਉਹ ਕੁਰਬਾਨੀ ਦਾ ਪੁਤਲਾ ਵੀ ਹੈ। ਅਗਲਾ ਪਾਤਰ ਚਿੱਤਰਨ ਸ਼ਰਨਜੀਤ ਦਾ ਕਿ ਸ਼ਰਨਜੀਤ ਦਾ ਚਰਿੱਤਰ ਚਿੱਤਰਨ ਕਰੋ। ਉਸ ਵਿੱਚ ਵੀ ਤੁਸੀਂ ਸਭ ਤੋਂ ਪਹਿਲਾਂ ਜਾਣ ਪਛਾਣ ਕਿ ਸ਼ਰਨਜੀਤ ਸਮੁੰਦਰੋਂ ਪਾਰ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਹਰਦੇਵ ਬਾਜਵੇ ਦੀ ਪੰਜਾਬਣ ਪਤਨੀ ਹੈ। ਨੀਟੂ ਉਸਦਾ ਪੁੱਤਰ ਹੈ ਅਤੇ ਸੁਖਦੇਵ ਉਸਦਾ ਦਿਓਰ ਹੈ। ਉਹ ਪੜ੍ਹੀ ਲਿਖੀ ਹੈ ਅਤੇ ਡਰਾਮਿਆਂ ਵਿੱਚ ਵੀ ਆਪਣੇ ਸਮੇਂ 'ਤੇ ਹਿੱਸਾ ਲੈਂਦੀ ਰਹੀ ਹੈ। ਇਸ ਤੋਂ ਇਲਾਵਾ ਉਹ ਉੱਚੇ ਅਤੇ ਸੁੱਚੇ ਆਚਰਣ ਵਾਲੀ ਹੈ। ਹਰਦੇਵ ਉਸਦਾ ਪਤੀ ਘਟੀਆ ਆਚਰਣ ਦਾ ਮਾਲਕ ਹੈ। ਉਸਨੂੰ ਸ਼ਰਨਜੀਤ ਦਾ ਜੋ ਸੱਚ ਹੈ ਉਹ ਹਜ਼ਮ ਨਹੀਂ ਹੁੰਦਾ। ਸੱਚ ਬੋਲਣ ਵਾਲੀ ਹੈ। ਉਹ ਸੱਚ ਬੋਲਣ ਵਾਲੀ ਹੋਣ ਕਰਕੇ ਹੀ ਜੋ ਉਸਦਾ ਦਿਓਰ ਸੁਖਦੇਵ ਹੈ ਉਸਦਾ ਪੱਖ ਲੈਂਦਾ ਹੈ। ਉਹ ਹਮੇਸ਼ਾ ਸੱਚ ਦਾ ਪੱਖ ਲੈਣ ਵਾਲੀ ਹੈ, ਸੱਚ ਬੋਲਣ ਵਾਲੀ ਹੈ, ਆਪਣੇ ਆਪ ਨੂੰ ਛੁੱਟੜ ਨਾ ਅਖਵਾ ਸਕਣ ਵਾਲੀ। ਉਹ ਇੱਕ ਚੰਗੀ ਪਤਨੀ ਹੋਣ ਕਰਕੇ ਆਪਣੇ ਆਪ ਨੂੰ ਛੁੱਟੜ ਨਹੀਂ ਅਖਵਾ ਸਕਦੀ। ਜਦੋਂ ਹਰਦੇਵ ਮਰਸੀ ਨਾਲ ਵਿਆਹ ਕਰ ਲੈਂਦਾ ਹੈ ਤਾਂ ਉਹ ਆਪਣੇ ਆਪ ਨੂੰ ਛੁੱਟੜ ਨਹੀਂ ਅਖਵਾ ਸਕਦੀ ਅਤੇ ਰੋਂਦੀ ਹੈ। ਇਸੇ ਕਾਰਨ ਉਹ ਇੰਗਲੈਂਡ ਪਹੁੰਚ ਜਾਂਦੀ ਹੈ। ਇਸਤਰੀ ਦਾ ਪੱਖ ਲੈਣ ਵਾਲੀ ਹੈ। ਉਹ ਹਰਦੇਵ ਦੀ ਦੂਜੀ ਪਤਨੀ ਦੀ ਤਸਵੀਰ ਦੇਖ ਕੇ ਉਸਨੂੰ ਬੜੀ ਭੋਲੀ ਅਤੇ ਮਾਸੂਮ ਸਮਝਦੀ ਹੈ ਅਤੇ ਉਸਨੂੰ ਕੋਈ ਵੀ ਸਜ਼ਾ ਦੇਣੀ ਠੀਕ ਨਹੀਂ ਸਮਝਦੀ। ਉਹ ਆਖਦੀ ਹੈ ਕਿ ਔਰਤ ਵਫਾ ਹੈ, ਮੁਹੱਬਤ ਹੈ, ਕੁਰਬਾਨੀ ਹੈ। ਇਸ ਤਰ੍ਹਾਂ ਉਹ ਇਸਤਰੀ ਦਾ ਪੱਖ ਲੈਣ ਵਾਲੀ ਹੈ। ਖਰੀਆਂ ਖਰੀਆਂ ਸੁਣਾਉਣ ਵਾਲੀ ਹੈ। ਇੰਗਲੈਂਡ ਪਹੁੰਚ ਕੇ ਉਹ ਹਰਦੇਵ ਨੂੰ ਉਸਦੀਆਂ ਕਰਤੂਤਾਂ ਦੇ ਬਾਰੇ ਖਰੀਆਂ ਖਰੀਆਂ ਸੁਣਾਉਂਦੀ ਹੈ ਅਤੇ ਉਸਨੂੰ ਪੁੱਛਦੀ ਹੈ ਕਿ ਮੇਰਾ ਗੁਨਾਹ ਕੀ ਹੈ, ਮੇਰਾ ਕਸੂਰ ਇਹੋ ਹੈ ਕਿ ਮੇਰਾ ਚਾਲ ਚਲਨ ਸੁੱਚਾ ਅਤੇ ਪਵਿੱਤਰ ਹੈ ਅਤੇ ਤੁਹਾਨੂੰ ਪੁੱਠੇ ਰਾਹ ਰੋਕਣ ਦੀ ਮੈਂ ਕੋਸ਼ਿਸ਼ ਕੀਤੀ। ਇਹ ਸੀ ਸ਼ਰਨਜੀਤ ਦੇ ਚਰਿੱਤਰ ਦੀਆਂ ਕੁਝ ਵਿਸ਼ੇਸ਼ਤਾਵਾਂ। ਇਸ ਤੋਂ ਬਾਅਦ ਬੱਚਿਓ ਜੋ ਅਗਲਾ ਪ੍ਰਸ਼ਨ ਤੁਹਾਨੂੰ ਪੇਪਰਾਂ ਵਿੱਚ ਆਉਂਦਾ ਹੈ ਉਹ ਹੈ ਵਾਰਤਾਲਾਪ ਸੰਬੰਧੀ ਪ੍ਰਸ਼ਨ ਉੱਤਰ। ਅਨਪੜ੍ਹ ਅਤੇ ਗਵਾਰ ਔਰਤਾਂ ਵੀ ਆਪਣੇ ਪਤੀਆਂ ਕੋਲ ਇੱਥੇ ਆ ਜਾਂਦੀਆਂ ਨੇ। ਫਿਰ ਸ਼ਰਨਜੀਤ ਤਾਂ ਚੰਗੀ ਪੜ੍ਹੀ ਲਿਖੀ ਕੁੜੀ ਏ। ਇਸ ਵਾਰਤਾਲਾਪ ਵਿੱਚੋਂ ਪ੍ਰਸ਼ਨ ਉਸੇ ਤਰ੍ਹਾਂ ਹੀ ਕਿ ਜਿਵੇਂ ਉਪਰੋਕਤ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ? ਸਮੁੰਦਰੋਂ ਪਾਰ। ਇਹ ਇਕਾਂਗੀ ਦਾ ਲੇਖਕ ਕੌਣ ਹੈ? ਕਪੂਰ ਸਿੰਘ ਘੁੰਮਣ। ਇਹ ਵਾਕ ਕਿਸਨੇ ਕਿਸਨੂੰ ਕਹੇ? ਇਹ ਵਾਕ ਜੋ ਆ ਇਹ ਸ਼ਬਦ ਬਲਵੰਤ ਢਿੱਲੋਂ ਨੇ ਹਰਦੇਵ ਬਾਜਵੇ ਨੂੰ ਉਦੋਂ ਕਹੇ ਸਨ ਜਦੋਂ ਉਸਦੇ ਮੂੰਹ ਇਹ ਸੁਣ ਕੇ ਹੈਰਾਨ ਹੁੰਦਾ ਹੈ ਕਿ ਉਸਦੀ ਛੱਡੀ ਹੋਈ ਪਤਨੀ ਸ਼ਰਨਜੀਤ ਭਾਰਤ ਤੋਂ ਉਸਦਾ ਪਿੱਛਾ ਕਰਦੀ ਹੋਈ ਇੰਗਲੈਂਡ ਨਹੀਂ ਪਹੁੰਚ ਸਕਦੀ। ਸ਼ਰਨਜੀਤ ਕਿਹੋ ਜਿਹੀ ਕੁੜੀ ਹੈ? ਇਸ ਵਾਰਤਾਲਾਪ ਅਨੁਸਾਰ ਸ਼ਰਨਜੀਤ ਚੰਗੀ ਪੜ੍ਹੀ ਲਿਖੀ ਕੁੜੀ ਹੈ। ਸੋ ਪਿਆਰੇ ਬੱਚਿਓ ਇਸੇ ਤਰ੍ਹਾਂ ਤੁਹਾਡੀ ਕਿਤਾਬ ਦੇ ਵਿੱਚ ਹੋਰ ਵੀ ਵਾਰਤਾਲਾਪ ਹਨ। ਅਗਲਾ ਵਾਰਤਾਲਾਪ ਹੈ ਮੈਂ ਵੀ ਪੰਜਾਬ ਤੋਂ ਚੱਲਣ ਲੱਗਿਆਂ ਕਸਮ ਖਾਧੀ ਸੀ ਕਿ ਆਪਣੀ ਭਰਜਾਈ ਦਾ ਸੁਹਾਗ ਉਹਨੂੰ ਲੈ ਕੇ ਦਿਆਂਗਾ। ਸਮੁੰਦਰੋਂ ਪਾਰ ਦੇ ਰਿਵਾਜ਼ ਨਾਲ ਮਰਸੀ ਦਾ ਸੁਹਾਗ ਹੋਰ ਬਣ ਸਕਦਾ, ਸ਼ਰਨਜੀਤ ਦਾ ਨਹੀਂ। ਅਤੇ ਹੁਣ ਸ਼ਰਨਜੀਤ ਮੇਰੀ ਭਰਜਾਈ ਛੁੱਟੜ ਵਾਪਸ ਨਹੀਂ ਜਾਵੇਗੀ। ਜੇ ਉਹ ਗਈ ਤਾਂ ਮੇਰੀ ਲਾਸ਼ ਤੋਂ ਲੰਘ ਕੇ ਜਾਵੇਗੀ। ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ? ਸਮੁੰਦਰੋਂ ਪਾਰ। ਇਸ ਇਕਾਂਗੀ ਦਾ ਲੇਖਕ ਕੌਣ ਹੈ? ਕਪੂਰ ਸਿੰਘ ਘੁੰਮਣ। ਸੁਖਦੇਵ ਬਾਜਵਾ ਨੇ ਕਿਹੜੀ ਕਸਮ ਖਾਧੀ ਸੀ? ਸੁਖਦੇਵ ਬਾਜਵੇ ਨੇ ਇਹ ਕਸਮ ਖਾਧੀ ਸੀ ਕਿ ਉਹ ਆਪਣੀ ਭਰਜਾਈ ਸ਼ਰਨਜੀਤ ਨੂੰ ਉਸਦਾ ਪਤੀ ਵਾਪਸ ਲੈ ਕੇ ਦੇਵੇਗਾ ਜੋ ਕਿ ਉਸਦਾ ਵੱਡਾ ਭਰਾ ਸੀ। ਉਹ ਇੰਗਲੈਂਡ ਤੋਂ ਇੱਕ ਛੁੱਟੜ ਦੇ ਰੂਪ ਵਿੱਚ ਵਾਪਸ ਨਹੀਂ ਜਾਏਗੀ। ਜੇਕਰ ਅਜਿਹਾ ਹੋਇਆ ਤਾਂ ਉਹ ਆਪਣੀ ਜਾਨ ਦੇ ਦੇਵੇਗਾ।
ਸੁਖਦੇਵ ਬਾਜਵਾ ਦਾ ਸ਼ਰਨਜੀਤ ਨਾਲ ਕੀ ਰਿਸ਼ਤਾ ਸੀ? ਕੀ ਰਿਸ਼ਤਾ ਸੀ? ਦਿਓਰ ਭਰਜਾਈ ਦਾ। ਬੱਚਿਓ, ਇਹ ਸੀ ਵਾਰਤਾਲਾਪ। ਵਾਰਤਾਲਾਪ ਤੋਂ ਬਾਅਦ ਤੀਸਰਾ ਪ੍ਰਸ਼ਨ ਜਿਹੜਾ ਕਿ ਤੁਹਾਨੂੰ ਪੇਪਰਾਂ ਦੇ ਵਿੱਚ ਆਉਂਦਾ ਹੈ ਉਹ ਹੈ ਵਸਤੂਨਿਸ਼ਟ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ ਕਿ ਵੰਨਗੀ ਪੁਸਤਕ ਵਿੱਚ ਦਰਜ ਕਪੂਰ ਸਿੰਘ ਘੁੰਮਣ ਦੇ ਇਕਾਂਗੀ ਦਾ ਨਾਂ ਕੀ ਹੈ? ਕੀ ਨਾਮ ਹੈ? ਸਮੁੰਦਰੋਂ ਪਾਰ। ਪ੍ਰਸ਼ਨ ਨੰਬਰ 2, ਹਰਦੇਵ ਬਾਜਵਾ ਕਿੱਥੇ ਰਹਿੰਦਾ ਹੈ? ਹਰਦੇਵ ਬਾਜਵਾ ਕਿੱਥੇ ਰਹਿੰਦਾ ਹੈ? ਇੰਗਲੈਂਡ, ਮਿਡਲਸੈਕਸ ਵਿੱਚ। ਹਰਦੇਵ ਬਾਜਵੇ ਦੇ ਛੋਟੇ ਭਰਾ ਦਾ ਨਾਂ ਕੀ ਹੈ? ਹਰਦੇਵ ਬਾਜਵੇ ਦੇ ਛੋਟੇ ਭਰਾ ਦਾ ਨਾਂ ਸੁਖਦੇਵ ਬਾਜਵਾ ਹੈ। ਅਗਲਾ ਪ੍ਰਸ਼ਨ ਹੈ ਕਿ ਨੀਟੂ ਕਿਸ ਦਾ ਬੱਚਾ ਹੈ? ਨੀਟੂ ਹਰਦੇਵ ਬਾਜਵੇ ਅਤੇ ਸ਼ਰਨਜੀਤ ਦਾ ਬੱਚਾ ਹੈ। ਅਗਲਾ ਪ੍ਰਸ਼ਨ ਹੈ ਕਿ ਸਮੁੰਦਰੋਂ ਪਾਰ ਇਕਾਂਗੀ ਵਿੱਚ ਕਿਹੜਾ ਪਾਤਰ ਘਟੀਆ ਆਚਰਣ ਦਾ ਮਾਲਕ ਹੈ? ਹਰਦੇਵ ਬਾਜਵਾ। ਕਿਹੜਾ ਪਾਤਰ? ਹਰਦੇਵ ਬਾਜਵਾ। ਹਰਦੇਵ ਬਾਜਵੇ ਦੀ ਅੰਗਰੇਜ਼ ਪਤਨੀ ਦਾ ਨਾਂ ਕੀ ਹੈ? ਹਰਦੇਵ ਬਾਜਵੇ ਦੀ ਅੰਗਰੇਜ਼ ਪਤਨੀ ਦਾ ਨਾਂ ਮਰਸੀ ਸੀ। ਹਰਦੇਵ ਬਾਜਵੇ ਦੇ ਗੁਆਂਢੀ ਦੋਸਤ ਦਾ ਨਾਂ ਕੀ ਸੀ? ਹਕੂਮਤ ਰਾਏ। ਸੁਖਦੇਵ ਬਾਜਵਾ ਕਿਸ ਦਾ ਨਿਰਾਦਰ ਨਹੀਂ ਹੋਣ ਦੇਣਾ ਚਾਹੁੰਦਾ? ਕਿਸ ਦਾ ਨਿਰਾਦਰ ਨਹੀਂ ਹੋਣ ਦੇਣਾ ਚਾਹੁੰਦਾ ਸੀ? ਆਪਣੀ ਭਰਜਾਈ ਸ਼ਰਨਜੀਤ ਦਾ। ਮਰਸੀ ਕਿਹੋ ਜਿਹੀ ਕੁੜੀ ਹੈ? ਮਰਸੀ ਮਾਸੂਮ ਤੇ ਸਾਊ ਹੈ। ਅਗਲਾ ਪ੍ਰਸ਼ਨ ਹੈ ਕਿ ਸਮੁੰਦਰੋਂ ਪਾਰ ਇਕਾਂਗੀ ਦੇ ਅੰਤ ਵਿੱਚ ਗੋਲੀ ਕਿਸ ਦੇ ਲੱਗਦੀ ਹੈ? ਕਿਸ ਦੇ ਗੋਲੀ ਲੱਗਦੀ ਹੈ? ਸੁਖਦੇਵ ਬਾਜਵਾ ਦੇ। ਸੋ ਪਿਆਰੇ ਬੱਚਿਓ, ਇਹ ਸੀ ਸਮੁੰਦਰੋਂ ਪਾਰ ਇਕਾਂਗੀ ਦੇ ਵਸਤੂਨਿਸ਼ਟ ਪ੍ਰਸ਼ਨ। ਅਸੀਂ ਪਾਤਰਾਂ ਦੇ ਚਰਿੱਤਰ ਚਿੱਤਰਨ ਵੀ ਕੀਤੇ, ਵਾਰਤਾਲਾਪ ਵੀ ਕੀਤੇ। ਤੁਸੀਂ ਸਾਰੇ ਕੰਮ ਨੂੰ ਕਾਪੀਆਂ 'ਤੇ ਨੋਟ ਕਰ ਲੈਣਾ ਤੇ ਯਾਦ ਕਰ ਲੈਣਾ। ਪਿਆਰੇ ਬੱਚਿਓ, ਇਹ ਸੀ ਇਕਾਂਗੀ ਸਮੁੰਦਰੋਂ ਪਾਰ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਕਾਂਗੀ ਦੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਕਿ ਕਿਸ ਤਰ੍ਹਾਂ ਸ਼ਰਨਜੀਤ ਇੱਕ ਪੜ੍ਹੀ ਲਿਖੀ ਲੜਕੀ ਹੋਣ ਦੇ ਕਾਰਨ ਉਸਦੇ ਅੰਦਰ ਸੂਝ-ਬੂਝ ਹੈ ਤੇ ਹੱਕਾਂ ਦੇ ਪ੍ਰਤੀ ਜਾਗਰੂਕ ਹੈ ਤੇ ਆਪਣੇ ਹੱਕਾਂ ਦੀ ਲੜਾਈ ਕਰਦੀ ਹੋਈ ਕਿਸ ਤਰ੍ਹਾਂ ਉਹ ਸਮੁੰਦਰੋਂ ਪਾਰ ਭਾਵ ਇੰਗਲੈਂਡ ਆਪਣੇ ਪਤੀ ਦੇ ਪਿੱਛੇ ਹਰਦੇਵ ਬਾਜਵੇ ਕੋਲ ਪਹੁੰਚ ਜਾਂਦੀ ਹੈ ਤੇ ਉਸਦੀ ਇਸ ਲੜਾਈ ਦੇ ਵਿੱਚ ਉਸਦਾ ਦਿਓਰ ਸੁਖਦੇਵ ਬਾਜਵਾ ਪੂਰਾ ਸਾਥ ਦਿੰਦਾ ਹੈ ਕਿਉਂਕਿ ਉਹ ਸੱਚ ਦਾ ਪੱਖ ਲੈਣ ਵਾਲਾ ਹੈ। ਉਹ ਆਪਣੀ ਭਰਜਾਈ ਸ਼ਰਨਜੀਤ ਨੂੰ ਮਾਂ ਦੇ ਬਰਾਬਰ ਸਮਝਦਾ ਹੈ ਤੇ ਅੰਤ ਵਿੱਚ ਸੱਚ ਦਾ ਪੱਖ ਲੈਂਦਾ ਹੋਇਆ ਉਹ ਮਾਰਿਆ ਜਾਂਦਾ ਹੈ ਤੇ ਹਰਦੇਵ ਬਾਜਵੇ ਨੂੰ ਪਿੱਛੋਂ ਪਛਤਾਉਣਾ ਪੈਂਦਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਕਾਂਗੀ ਦੇ ਭਾਵ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਪਿਆਰੇ ਬੱਚਿਓ, ਤੁਸੀਂ ਇਕਾਂਗੀ ਦੇ ਵਾਰਤਾਲਾਪ, ਵਸਤੂਨਿਸ਼ਟ ਪ੍ਰਸ਼ਨ, ਪਾਤਰ ਚਿੱਤਰਨ ਸਾਰੇ ਕਾਪੀਆਂ ਤੇ ਨੋਟ ਕਰ ਲੈਣੇ ਹਨ। ਇਸ ਨੂੰ ਯਾਦ ਵੀ ਕਰ ਲੈਣਾ ਹੈ। ਇਹਨਾਂ ਸ਼ਬਦਾਂ ਦੇ ਨਾਲ ਹੀ ਤੁਸੀਂ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।